ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਪਹੁੰਚੇ ਹਾਂ ਪਿੰਡ ਡਰੋਲੀ ਭਾਈ, ਜ਼ਿਲ੍ਹਾ ਮੋਗਾ ਵਿਖੇ। ਇਹ ਨਗਰ ਮੋਗਾ ਤੋਂ ਲਗਭਗ 15 ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਨਗਰ ਦੇ ਵਿੱਚ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਸੰਬੰਧਿਤ ਨਿਸ਼ਾਨੀਆਂ ਸੁਸ਼ੋਭਿਤ ਹਨ। ਆਪ ਜੀ ਨੂੰ ਉਹਨਾਂ ਨਿਸ਼ਾਨੀਆਂ ਦੇ ਦਰਸ਼ਨ ਕਰਵਾਵਾਂਗੇ ਤੇ ਇਸ ਤੋਂ ਇਲਾਵਾ ਇੱਥੇ ਕਈ ਸਥਾਨ ਹਨ ਜੋ ਕਿ ਗੁਰੂ ਸਾਹਿਬ ਜੀ ਦੇ ਨਾਲ ਸੰਬੰਧਿਤ ਹਨ। ਅਸੀਂ ਉਹਨਾਂ ਪਾਵਨ ਪਵਿੱਤਰ ਗੁਰ ਅਸਥਾਨਾਂ ਦੇ ਦਰਸ਼ਨ ਵੀ ਆਪ ਜੀ ਨੂੰ ਕਰਵਾਵਾਂਗੇ ਜੀ। ਸੋ ਹੁਣ ਅਸੀਂ ਪਹੁੰਚੇ ਹਾਂ ਗੁਰਦੁਆਰਾ ਬਾਬਾ ਸਾਈਂ ਦਾਸ ਮਾਤਾ ਰਾਮੋ ਜੀ ਬਸਤਰ ਅਸਥਾਨ ਪਾਤਸ਼ਾਹੀ 6ਵੀਂ। ਇਸ ਅਸਥਾਨ ਦੇ ਜੋ ਗ੍ਰੰਥੀ ਸਿੰਘ ਹਨ ਭਾਈ ਬੇਅੰਤ ਸਿੰਘ ਜੀ ਸਾਡੇ ਨਾਲ ਮੌਜੂਦ ਹਨ। ਆਪਾਂ ਇਹਨਾਂ ਦੇ ਨਾਲ ਗੱਲ ਕਰਾਂਗੇ ਇਸ ਪਾਵਨ ਪਵਿੱਤਰ ਸਥਾਨ ਦੇ ਬਾਰੇ, ਇਹਨਾਂ ਤੋਂ ਵਿਸਥਾਰ ਸਹਿਤ ਜਾਣਕਾਰੀ ਪ੍ਰਾਪਤ ਕਰਾਂਗੇ। ਆਓ ਜੀ ਆਪਾਂ ਗੱਲ ਕਰਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਕਿੰਨੀ ਦੇਰ ਤੋਂ ਇੱਥੇ ਸੇਵਾ ਨਿਭਾ ਰਹੇ ਹੋ? ਭਾਈ ਸਾਹਿਬ ਜੀ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 8-9 ਸਾਲ ਹੋ ਗਏ ਆ ਦਾਸ ਇਸ ਪਵਿੱਤਰ ਸਥਾਨਾਂ ਤੇ ਸੇਵਾ ਨਿਭਾ ਰਹੇ ਹਨ। ਤੇ ਇਸ ਪਾਵਨ ਪਵਿੱਤਰ ਸਥਾਨ ਦੇ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿਓ ਜੀ। ਹਾਂਜੀ, ਇਸ ਪਵਿੱਤਰ ਇਤਿਹਾਸਕ ਨਗਰ ਡਰੋਲੀ ਭਾਈ ਬਾਰੇ ਜਿੰਨੀ ਕੁ ਦਾਸ ਨੂੰ ਜਾਣਕਾਰੀ ਹੈ ਕਿ ਇਹ ਪਵਿੱਤਰ ਸਥਾਨ ਬਾਬਾ ਸਾਈਂ ਦਾਸ ਮਾਤਾ ਰਾਮੋ ਜੀ ਬਸਤਰ ਅਸਥਾਨ ਪਾਤਸ਼ਾਹੀ 6ਵੀਂ। ਇਹ ਸਥਾਨ ਪੁਰਾਤਨ ਸਮੇਂ ਦੇ ਵਿੱਚ ਜੋ ਕਿ 6ਵੇਂ ਪਾਤਸ਼ਾਹ ਦੇ ਰਿਸ਼ਤੇਦਾਰੀ ਦੇ ਵਿੱਚੋਂ ਬਾਬਾ ਸਾਈਂ ਦਾਸ ਤੇ ਮਾਤਾ ਰਾਮੋ ਜੀ ਜੋ ਉਹਨਾਂ ਦੇ ਸਾਲੀ ਅਤੇ ਸੰਧੂ ਸਾਹਿਬ ਸੀ, ਉਹਨਾਂ ਨੇ ਜਦੋਂ ਆਪਣਾ ਮਕਾਨ ਤਿਆਰ ਕੀਤਾ ਤਾਂ 6ਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਮਕਾਨ ਤਿਆਰ ਕੀਤਾ, ਤੁਸੀਂ ਪਹਿਲਾਂ ਆ ਕੇ ਚਰਨ ਪਾਓ, ਅਸੀਂ ਬਾਅਦ ਦੇ ਵਿੱਚ ਇਸ ਮਕਾਨ ਦੇ ਵਿੱਚ ਵਸੋਂ ਕਰਾਂਗੇ। ਸੋ ਜਦੋਂ ਤੀਜੀ ਵਾਰ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਨੇ 6ਵੇਂ ਪਾਤਸ਼ਾਹ ਨੇ ਨਾ ਕਿ ਰਿਸ਼ਤੇਦਾਰੀ ਦੇ ਨਹੀਂ, ਇੱਕ ਗੁਰਸਿੱਖੀ ਵਾਲਾ ਜੋ ਉਹਨਾਂ ਦਾ ਪਿਆਰ ਸੀ 6ਵੇਂ ਪਾਤਸ਼ਾਹ ਦੇ ਨਾਲ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਸਾਡੇ ਨਗਰ ਦੇ ਵਿੱਚ 3000 ਸੰਗਤ ਦੇ ਸਮੇਤ ਇੱਥੇ ਘੋੜ ਸਵਾਰ ਤੇ ਜੋ ਸੰਗਤ ਪਹੁੰਚੀ 6ਵੇਂ ਪਾਤਸ਼ਾਹ ਹੈ, ਜਿਨ੍ਹਾਂ ਦੇ ਵਿੱਚ 7ਵੇਂ ਪਾਤਸ਼ਾਹ ਵੀ ਪਹੁੰਚੇ ਤੇ 9ਵੇਂ ਪਾਤਸ਼ਾਹ ਵੀ ਆਏ ਤੇ ਬੇਅੰਤ ਸੰਗਤਾਂ ਇੱਥੇ ਆਈਆਂ। ਜਦੋਂ ਇੱਥੇ ਆਏ ਫਿਰ ਕਾਫੀ ਸਮਾਂ ਸਾਡੇ ਨਗਰ ਦੇ ਵਿੱਚ 6ਵੇਂ ਪਾਤਸ਼ਾਹ 18 ਮਹੀਨੇ ਇੱਥੇ ਰਹੇ ਆ। ਇੱਥੇ ਰਹਿਣ ਦੇ ਕਰਕੇ ਉਹਨਾਂ ਨੇ ਫਿਰ ਇਸੇ ਗੁਰਦੁਆਰਾ ਬਣਿਆ ਹੋਇਆ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਸਥਾਨ ਤੇ ਜੋ ਸਾਡੇ ਕੋਲੇ ਇੱਥੇ ਪੁਰਾਤਨ ਨਿਸ਼ਾਨੀਆਂ 6ਵੇਂ ਪਾਤਸ਼ਾਹ ਦੀਆਂ ਉਸ ਸਮੇਂ ਦੀਆਂ ਇੱਥੇ ਉਹ ਸਾਡੇ ਕੋਲੇ ਪੁਰਾਤਨ ਨਿਸ਼ਾਨੀਆਂ। ਆਪ ਜੀ ਦਾ ਜਨਮ ਸਥਾਨ ਇਸੇ ਨਗਰ ਵਿੱਚ ਹੀ? ਹਾਂਜੀ, ਦਾਸ ਦਾ ਜਨਮ ਸਥਾਨ ਨਗਰ ਡਰੋਲੀ ਭਾਈ ਆ। ਦਾਸ ਗ੍ਰੰਥੀ ਸਿੰਘ ਦੀ ਡਿਊਟੀ ਕਰ ਰਿਹਾ ਇੱਥੇ। ਬਾਬਾ ਸਾਈਂ ਦਾਸ ਜੀ ਦੀ ਜੋ ਅੰਸ਼ ਹੈ ਕਿ ਉਹ ਹੁਣ ਹੈ? ਹਾਂਜੀ ਭਾਈ ਸਾਹਿਬ ਜੀ, ਉਹਨਾਂ ਦੀ 9ਵੀਂ ਪੀੜ੍ਹੀ ਚੱਲ ਰਹੀ ਆ ਜੀ, ਜੋ ਕਿ ਭਾਈ ਸਾਹਿਬ ਭਾਈ ਰਤਨ ਸਿੰਘ ਸੀ ਜੀ, ਭਾਈ ਸਾਹਿਬ ਭਾਈ ਮਹਿੰਦਰ ਸਿੰਘ ਸੀ ਜੋ ਕਿ ਉਹ ਚੜ੍ਹਾਈ ਕਰ ਗਏ ਆ ਤੇ ਜੋ ਉਹਨਾਂ ਦਾ ਪਰਿਵਾਰ ਆ ਭਾਈ ਰਤਨ ਸਿੰਘ ਜੀ ਦੇ ਬੇਟੇ ਆ ਭਾਈ ਗੁਰਜੀਤ ਸਿੰਘ ਤੇ ਉਹਨਾਂ ਦਾ ਪਰਿਵਾਰ ਆ ਉਹ ਕੈਨੇਡਾ ਦੇ ਵਿੱਚ ਰਹਿ ਰਹੇ ਆ। ਭਾਈ ਮਹਿੰਦਰ ਸਿੰਘ ਜੀ ਦਾ ਪਰਿਵਾਰ ਵੀ ਰਹਿ ਰਿਹਾ ਤੇ ਜਦੋਂ ਭਾਈ ਰਤਨ ਸਿੰਘ ਜੀ ਦੀ ਇੱਥੇ ਸੀਗੇ ਦਾਸ ਨੂੰ ਡਿਊਟੀ ਦਿੱਤੀ ਗਈ ਤਾਂ ਉਸ ਤੋਂ ਬਾਅਦ ਦੇ ਵਿੱਚ ਜੋ ਵੀ ਇੱਥੇ ਜ਼ਿੰਮੇਵਾਰੀ ਆ ਸਾਰੀ ਦਾਸ ਦੇ ਕੋਲੇ ਆ। ਦਾਸ ਇੱਥੇ 2 ਟਾਈਮ ਨਿਤਨੇਮ ਵੀ ਕਰਦਾ ਤੇ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਵੀ ਕਰਾਉਂਦਾ। ਜਿਵੇਂ ਇਹ ਬੱਚਾ ਮੇਰੇ ਨਾਲ ਖੜਾ ਇਹਨੇ ਦਾਸ ਤੋਂ ਵਿੱਦਿਆ ਪ੍ਰਾਪਤ ਕੀਤੀ ਆ। 5-6 ਭਜੰਗੀ ਹੈਗੇ ਜੀ ਮੇਰੇ ਕੋਲ ਜੋ ਕਿ ਬਹੁਤ ਗਰੀਬ ਘਰਾਂ ਦੇ ਬੱਚੇ ਆ। ਦਾਸ ਜਿੰਨੀ ਜੋਗੀ ਉਹਨਾਂ ਦੀ ਮਦਦ ਵੀ ਕਰਦਾ ਤੇ ਗੁਰਬਾਣੀ ਦੀ ਸੰਥਿਆ ਵੀ ਦਿੰਦਾ ਤੇ ਗੁਰਮਤ ਦੀ ਜਿੰਨੀ ਕੁ ਦਾਸ ਨੂੰ ਸੋਝੀ ਆ ਤੇ ਬੱਚਿਆਂ ਨੂੰ ਸਿਖਾਉਂਦਾ ਵੀ ਹੈ। ਸੋ ਇਹ ਹਨ ਭਾਈ ਬੇਅੰਤ ਸਿੰਘ ਜੀ ਜੋ ਕਿ ਬਹੁਤ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਇੱਥੇ ਸੇਵਾ ਨਿਭਾ ਰਹੇ ਹਨ। ਅਸੀਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ, ਇਹਨਾਂ ਦੇ ਸਨੇਹੀਆਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਤੋ ਹੁਣ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਜੀ ਨੂੰ ਕਿ ਸਾਨੂੰ ਪਾਵਨ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਾਉਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਗੁਰੂ ਰੂਪ ਪਿਆਰੇ ਸਾਧ ਸੰਗਤ ਜੀ, ਇਹ ਉਹ ਪਵਿੱਤਰ ਸਥਾਨ ਆ ਜਿਹੜੀ ਤੁਸੀਂ ਤਸਵੀਰ ਵੇਖ ਰਹੇ ਆ ਜੋ ਪੁਰਾਤਨ ਸਮੇਂ ਦੇ ਵਿੱਚ ਬਾਬਾ ਸਾਈਂ ਦਾਸ ਤੇ ਮਾਤਾ ਰਾਮੋ ਜੀ ਨੇ ਤਿਆਰ ਕੀਤਾ ਸੀਗਾ। ਜਦੋਂ 6ਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ 6ਵੇਂ ਪਾਤਸ਼ਾਹ ਇਸ ਸਥਾਨ ਤੇ ਆਏ ਸੀਗੇ। ਹਾਂਜੀ ਸਾਧ ਸੰਗਤ ਜੀ, ਇਹ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦਾ ਇਹ ਪੁਰਾਤਨ ਚੋਲਾ ਹੈ ਜਿਨ੍ਹਾਂ ਦੀ ਬਾਜੂਆਂ ਦੀ ਲੰਬਾਈ ਹੈ ਜਿਹੜੀ ਉਹ 42 ਇੰਚ ਹੈ। ਹਾਂਜੀ ਸਾਧ ਸੰਗਤ ਜੀ, ਇਹ 6ਵੇਂ ਪਾਤਸ਼ਾਹ ਦਾ ਕਛਹਿਰਾ ਹੈ ਜਿਸ ਦੀ ਲੰਬਾਈ ਥੱਲੇ ਵਾਲੇ ਪਾਸੇ ਨੂੰ 25 ਇੰਚ ਹੈ ਤੇ ਜੋ ਇਹਨਾਂ ਨੇ ਮੂਹਰੀ ਦੀ ਲੰਬਾਈ ਆ ਉਹ 22 ਇੰਚ ਹੈ।
ਹਾਂਜੀ, ਇਹ ਛੇਵੇਂ ਪਾਤਸ਼ਾਹ ਦੇ ਗੁੱਟ ਦਾ ਸਿਮਰਨ ਹੈ। ਉਸ ਸਮੇਂ ਦਾ ਜੋ ਕਿ ਛੇਵੇਂ ਪਾਤਸ਼ਾਹ ਦੇ ਗੁੱਟ ਦੇ ਵਿੱਚ ਹੁੰਦਾ ਸੀ। ਇਹ ਝਾਵਾਂ ਸਾਧ ਸੰਗਤ ਜੀ ਜਿਨ੍ਹਾਂ ਦੇ ਨਾਲ ਛੇਵੇਂ ਪਾਤਸ਼ਾਹ ਦੇ ਮਹਿਲ ਮਾਤਾ ਦਮੋਦਰੀ ਜੀ ਉਹਨਾਂ ਦੇ ਚਰਨਾਂ ਦੀ ਇਹਨਾਂ ਦੇ ਨਾਲ ਸੇਵਾ ਕਰਦੇ ਹੁੰਦੇ ਸੀਗੇ। ਹਾਂਜੀ, ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਛੇਵੇਂ ਪਾਤਸ਼ਾਹ ਦੇ ਹੁਕਮਨਾਮੇ ਆ। ਸਾਡੇ ਨਗਰ ਦੇ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੇ 2-3 ਹੁਕਮਨਾਮੇ ਲੈ ਕੇ ਭੇਜੇ ਸੀਗੇ। ਹਾਂਜੀ, ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਖੜਾਵਾਂ ਛੇਵੇਂ ਪਾਤਸ਼ਾਹ ਸਾਲੀ ਦੀਆਂ ਮਾਤਾ ਰਾਮੋ ਜੀ ਦੀਆਂ। ਹਾਂਜੀ ਸਾਧ ਸੰਗਤ ਜੀ, ਇਹ ਜੋ ਨਿਸ਼ਾਨੀਆਂ ਪੁਰਾਤਨ ਸੰਦੂਖ ਆਪਣੇ ਕੋਲੇ ਮਾਤਾ ਰਾਮੋ ਜੀ ਛੇਵੇਂ ਪਾਤਸ਼ਾਹ ਸਾਲੀ ਦਾ, ਤੇ ਇਹ ਉਹਨਾਂ ਦੇ ਪਾਵੇ ਆ। ਪਾਵੇ ਬਿਰਧ ਹੋਣ ਕਰਕੇ ਇਹ ਅਸੀਂ ਇੱਥੇ ਸੰਭਾਲ ਕੇ ਰੱਖੇ ਹੋਏ ਆ ਜੀ। ਹਾਂਜੀ ਸਾਧ ਸੰਗਤ ਜੀ, ਇਹ ਉਹ ਪੁਰਾਤਨ ਲੋਹ ਆ ਜੋ ਛੇਵੇਂ ਪਾਤਸ਼ਾਹ ਦੇ ਸਮੇਂ ਮੌਕੇ ਤੇ ਗੁਰੂ ਘਰ ਲੰਗਰ ਪੱਕਦਾ ਸੀ, ਜੋ ਆਪਣੇ ਚੁੱਲ੍ਹੇ ਬਣੇ ਹੋਏ ਆ। ਹੁਣ ਵੀ ਆਪਾਂ ਉਹ ਚੁੱਲ੍ਹੇ ਆ ਜਿਹੜੇ ਉਹ ਵਰਤਦੇ ਆ। ਜਦੋਂ ਇੱਥੇ ਕੋਈ ਸਮਾਗਮ ਹੁੰਦਾ, ਆਪਾਂ ਮਾਘੀ ਦਾ ਇੱਥੇ ਮੇਲਾ ਲੱਗਦਾ, ਉਦੋਂ ਲੰਗਰ ਲਾਉਂਦੇ ਆ। ਤੇ ਕੋਈ ਸਹਿਜ ਪਾਠ ਵਗੈਰਾ ਜਾਂ ਕੋਈ ਵੀ ਸਮਾਗਮ ਆ, ਉਹ ਆਪਾਂ ਚੁੱਲ੍ਹੇ ਹਜੇ ਵੀ ਵਰਤਦੇ ਆ। ਇਹ ਪੁਰਾਤਨ ਲੋਹ ਬਿਰਧ ਹੋਣ ਕਾਰਨ ਸੰਗਤਾਂ ਦੇ ਦਰਸ਼ਨ ਵਾਸਤੇ ਇੱਥੇ ਸੰਭਾਲ ਕੇ ਰੱਖੀ ਹੋਈ। ਹਾਂਜੀ ਸਾਧ ਸੰਗਤ ਜੀ, ਇਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਉਹਨਾਂ ਦੀ ਦਸਤਾਰ ਹੈ। ਢਾਕੇ ਦੀ ਮਲਮਲ 24 ਗਜ ਆ ਜੀ, 21.25 ਮੀਟਰ ਇਸ ਦੀ ਲੰਬਾਈ ਹੈ। ਹਾਂਜੀ ਸਾਧ ਸੰਗਤ ਜੀ, ਜਿਸ ਤੁਸੀਂ ਦਰਸ਼ਨ ਕਰ ਰਹੇ ਹੋ, ਇਹ ਛੇਵੇਂ ਪਾਤਸ਼ਾਹ ਦੇ ਮਹਿਲ ਮਾਤਾ ਦਮੋਦਰੀ ਜੀ ਦਾ ਸਲਾਰਾ ਹੈ, ਜਿਹਨੂੰ ਕਿ ਆਪਾਂ ਸ਼ੌਲ ਕਹਿ ਦਿੰਦੇ ਹਾਂ। ਇਸ ਨੂੰ ਵੀ ਅਸੀਂ ਬਹੁਤ ਸਤਿਕਾਰ ਦੇ ਨਾਲ ਸੇਵਾ ਕਰਦੇ ਹਾਂ, ਸੰਭਾਲ ਕੇ ਰੱਖਿਆ ਹੋਇਆ। ਹਾਂਜੀ ਸਾਧ ਸੰਗਤ ਜੀ, ਜੋ ਹੁਕਮਨਾਮੇ ਸੀ ਛੇਵੇਂ ਪਾਤਸ਼ਾਹ ਦੇ, ਇੱਕ ਦੇ ਆਪਾਂ ਅੱਗੇ ਸੰਗਤਾਂ ਨੂੰ ਦਰਸ਼ਨ ਕਰਾਤੇ। ਇਹ ਵੀ ਇੱਕ ਹੁਕਮਨਾਮਾ ਜੀ, 3 ਹੁਕਮਨਾਮੇ ਆ ਜੀ ਆਪਣੇ ਕੋਲੇ, ਤੇ ਸੰਗਤਾਂ ਆ ਕੇ ਦਰਸ਼ਨ ਦਿਦਾਰੇ ਕਰਦੀਆਂ ਇਹਨਾਂ। ਹਾਂਜੀ ਸਾਧ ਸੰਗਤ ਜੀ, ਇਹ ਤੀਜਾ ਹੁਕਮਨਾਮਾ, ਜੋ ਇੱਥੇ 3 ਹੁਕਮਨਾਮੇ ਸੀਗੇ, ਜੋ ਸੰਗਤਾਂ ਇਸ ਦੇ ਦਰਸ਼ਨ ਕਰ ਰਹੀਆਂ। ਸੰਗਤਾਂ ਦੇ ਦਰਸ਼ਨ ਦਿਦਾਰਿਆਂ ਵਾਸਤੇ ਇੱਥੇ ਰੱਖੇ ਹੋਏ ਆ ਸੰਭਾਲ ਕੇ ਸਾਡੇ ਕੋਲੇ। ਹਾਂਜੀ ਸਾਧ ਸੰਗਤ ਜੀ, ਜੋ ਦਰਸ਼ਨ ਕਰ ਰਹੇ ਆ, ਇਹ ਪੁਰਾਤਨ ਸਮੇਂ ਦੇ ਵਿੱਚ ਕੰਧਾਂ ਦੇ ਵਿੱਚ ਲਾਏ ਜਾਂਦੇ ਸੀਗੇ। ਜਿਸ ਤਰ੍ਹਾਂ ਆਪਾਂ ਹੁਣ ਹੈਂਗਰ ਵਗੈਰਾ ਲਾਉਂਦੇ, ਉਸ ਤਰ੍ਹਾਂ ਉਦੋਂ ਕੰਧਾਂ ਦੇ ਵਿੱਚ ਲਾ ਕੇ ਇਹਨਾਂ ਦੇ ਨਾਲ ਕੋਈ ਵੀ ਵਸਤੂ ਟੰਗੀ ਜਾ ਸਕਦੀ ਸੀ। ਸਾਧ ਸੰਗਤ ਜੀ, ਜਿਸ ਚੀਜ਼ ਦਰਸ਼ਨ ਕਰ ਰਹੇ ਹਾਂ, ਜੋ ਪੁਰਾਤਨ ਸਮੇਂ ਦੇ ਵਿੱਚ ਗੇਟ ਲੱਗਾ ਹੁੰਦਾ ਡਿਊਟੀ ਨੂੰ, ਇਹ ਉਹ ਡਿਊਟੀ ਦੀ ਅਰਲ ਆ ਜੀ, ਜੋ ਗੇਟ ਦੇ ਵਿੱਚ ਲਾਈ ਜਾਂਦੀ ਸੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਸੰਦੂਖ ਛੇਵੇਂ ਪਾਤਸ਼ਾਹ ਦੀ ਸਾਲੀ ਮਾਤਾ ਰਾਮੋ ਜੀ ਦਾ, ਜੋ ਕਿ ਸੰਗਤਾਂ ਦੇਸਾਂ ਵਿਦੇਸਾਂ ਤੋਂ ਚੱਲ ਕੇ ਇਸ ਪਵਿੱਤਰ ਥਾਂ 'ਤੇ ਪੁਰਾਤਨ ਨਿਸ਼ਾਨੀਆਂ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ। ਹਾਂਜੀ ਸਾਧ ਸੰਗਤ ਜੀ, ਉੱਪਰ ਪੁਰਾਣੀ ਲੱਕੜ ਪਈ ਆ, ਜੋ ਇੱਥੇ ਪੁਰਾਤਨ ਡਿਊਟੀ ਹੁੰਦੀ ਸੀ, ਉਹਦਾ ਜੋ ਛੱਤਨ ਸੀ ਮੂਹਰਲੇ ਪਾਸੇ, ਉਹ ਚੀਜ਼ ਹੈ ਜੀ, ਪੁਰਾਤਨ ਨਿਸ਼ਾਨੀ ਰੱਖੀ ਹੋਈ ਹੈ। ਹਾਂਜੀ ਸਾਧ ਸੰਗਤ ਜੀ, ਇਹ ਪੁਰਾਤਨ ਚੁੱਲ੍ਹੇ ਆ, ਜੋ ਤੁਹਾਨੂੰ ਪਹਿਲਾਂ ਪੁਰਾਤਨ ਲੋਹ ਦਿਖਾਈ ਸੀ, ਉਹ ਇੱਥੇ ਪਹਿਲਾਂ ਉੱਤੇ ਪ੍ਰਸ਼ਾਦਾ ਪਾਣੀ ਪੱਕਦਾ ਸੀ। ਉਹ ਬਿਰਧ ਹੋਣ ਕਰਕੇ ਉਸ ਨੂੰ ਬਦਲ ਦਿੱਤਾ ਗਿਆ, ਤੇ ਹੁਣ ਵੀ ਆਪਾਂ ਇੱਥੇ ਜਦੋਂ ਕੋਈ ਸਮਾਗਮ ਹੁੰਦਾ ਆਪਣਾ ਮਾਘੀ ਨੂੰ, ਆਪਾਂ ਇੱਥੇ ਲੰਗਰ ਲਾਉਂਦੇ ਆ, ਜਾਂ ਸਹਿਜ ਪਾਠ ਆ, ਜਾਂ ਸੁਖਮਨੀ ਸਾਹਿਬ, ਕਿਸੇ ਵੀ ਚੀਜ਼ ਜਦੋਂ ਆਪਾਂ ਇੱਥੇ ਸਮਾਗਮ ਹੁੰਦਾ ਤਾਂ ਲੰਗਰ ਪੱਕਦਾ। ਇਹ ਉਸ ਸਮੇਂ ਦੇ ਪੁਰਾਤਨ ਚੁੱਲ੍ਹੇ। ਸਾਧ ਸੰਗਤ ਜੀ, ਇਸ ਪਾਵਨ ਪਵਿੱਤਰ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਹੱਥ ਲਿਖਤ ਸਰੂਪ ਸੁਸ਼ੋਭਿਤ ਹੈ। ਜਿਸ ਤਰ੍ਹਾਂ ਅਸੀਂ ਆਪ ਜੀ ਨੂੰ ਪਹਿਲਾਂ ਵੀ ਦਰਸ਼ਨ ਕਰਵਾਉਂਦੇ ਰਹੇ ਹਾਂ, ਸੋ
ਇੱਥੇ ਵੀ ਆਪ ਜੀ ਨੂੰ ਪਾਵਨ ਪਵਿੱਤਰ ਸਰੂਪ ਦੇ ਦਰਸ਼ਨ ਕਰਵਾਵਾਂਗੇ। ਸੋ ਮੇਰੇ ਨਾਲ ਭਾਈ ਕਮਲਪ੍ਰੀਤ ਸਿੰਘ ਜੀ ਮੌਜੂਦ ਹਨ, ਜੋ ਕਿ ਆਪਾਂ ਨੂੰ ਇਸ ਪਾਵਨ ਪਵਿੱਤਰ ਸਰੂਪ ਦੇ ਦਰਸ਼ਨ ਕਰਵਾਉਣਗੇ। ਇਹ ਸਰੂਪ ਪੁਰਾਤਨ ਸਰੂਪ, ਹੱਥ ਲਿਖਤ ਸਰੂਪ ਹੈ। ਆਓ ਜੀ ਆਪਾਂ ਦਰਸ਼ਨ ਕਰੀਏ ਇਸ ਪਾਵਨ ਪਵਿੱਤਰ ਸਰੂਪ ਦੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾਉ ਤੁਮ ਡੋਲਹੁ ਨਾ ਹਮ ਗਿਰਤੇ, ਰਖ ਲੀਨੀ ਹਰ ਮੇਰੀ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਜਿਸ ਕਾ ਤਾਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤਉ ਬਿਦਨੀ ਕੀ ਖਟਾਨੀ। ਜਿਸ ਕਾ ਤਾਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤਉ ਬਿਦਨੀ ਕੀ ਖਟਾਨੀ। ਜੀ ਕੀ ਏਕੈ ਹੀ ਪਹਿਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੇ। ਤਿਨ ਤਿਲ ਨਹੀਂ ਕੀਮਤ ਜਾਨੀ। ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮਨ ਤਾਨੀ। ਡਿੱਗੈ ਨ ਡੋਲੈ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਓਏ ਜੋ बीच हम तुम कश होते, तिन की बात बिलानी। अलंकार मिल थैली हुई है, ताते कनक वखानी। प्रगट्यो जोत सहज सुख शोभा, बाजे आन हाथ बानी। कहो नानक निहचल घर बाध्यो, गुर कीओ बंतानी। प्रगट्यो जोत सहज सुख शोभा, बाजे आन हाथ बानी। कहो नानक निहचल घर बाध्यो, गुर कीओ बंतानी। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। गुरु प्यारी, गुरु सवारी, गुरु खालसा साध संगत जी, ਇਹ ਜੋ ਆਪ ਜੀ ਪੁਰਾਤਨ ਹੱਥ ਲਿਖਤ ਸਰੂਪ ਦੇ ਦਰਸ਼ਨ ਕਰ ਰਹੇ ਹੋ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ, ਇਹ ਪੁਰਾਤਨ ਉਹ ਸਰੂਪ ਹੈ ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਆਰਾ ਲਿਖਿਆ ਗਿਆ ਹੈ। ਅਤੇ ਜਦੋਂ ਭੰਗਾਣੀ ਦਾ ਯੁੱਧ ਹੋਇਆ ਸੀ, ਉਸ ਸਮੇਂ ਇਹ ਸਤਿਗੁਰੂ ਜੀ ਦਾ ਜੋ ਪਾਵਨ ਸਰੂਪ ਹੈ, ਇਹ ਯਮਨਾ ਦੇ ਵਿੱਚ ਭੇਟ ਕੀਤਾ ਗਿਆ ਸੀ। ਅਤੇ 9 ਦਿਨ ਤੇ 9 ਘੜੀਆਂ ਇਹ ਸਰੂਪ ਯਮਨਾ ਦੇ ਵਿੱਚ ਰਿਹਾ ਸੀ। ਫਿਰ ਸਤਿਗੁਰੂ ਜੀ ਨੇ 5 ਸਿੱਖ ਜੋ ਯਮਨਾ ਨਦੀ 'ਤੇ ਭੇਜੇ, ਉਹਨਾਂ ਨੇ ਇਹ ਸਰੂਪ ਯਮਨਾ ਵਿੱਚੋਂ ਲੈ ਕੇ, ਕਿਉਂਕਿ ਛੱਲ ਦੇ ਨਾਲ ਉਹ ਸਰੂਪ ਇਹ ਸਿੰਘਾਂ ਕੋਲ ਜਾ ਵੜਿਆ। ਅਤੇ ਇਹ ਸਰੂਪ ਯਮਨਾ ਪਾਸੋਂ ਲੈ ਕੇ ਸਿੰਘਾਂ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਅੱਗੇ ਭੇਟ ਕੀਤਾ। ਅਤੇ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਦੀਵਾਨ ਭਾਈ ਆਨੰਦ ਚੰਦ ਜੀ ਨੂੰ ਇਹ ਸਰੂਪ ਸੀ ਯੁੱਧ ਜਿੱਤਣ ਦੀ ਖੁਸ਼ੀ ਦੇ ਵਿੱਚ ਦਿੱਤਾ, ਜੋ ਕਿ ਇਸ ਸਰੂਪ ਨੂੰ ਪਿੰਡ ਡਰੋਲੀ ਭਾਈ ਵਿੱਚ ਲੈ ਕੇ ਆਏ ਸੀ। ਇਹ ਜੋ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪੁਰਾਤਨ ਹੱਥ ਲਿਖਤ ਸਰੂਪ ਅੱਜ ਵੀ ਪਿੰਡ ਡਰੋਲੀ ਭਾਈ ਵਿਖੇ ਗੁਰਦੁਆਰਾ ਬਸਤਰ ਅਸਥਾਨ ਪਾਤਸ਼ਾਹੀ 6ਵੀਂ ਨਿਵਾਸ ਬਾਬਾ ਸਾਈਂ ਦਾਸ ਜੀ ਵਿਖੇ ਸੁਸ਼ੋਭਿਤ ਹੈ, ਜੋ ਕਿ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੋ ਸਰੂਪ ਛਪੇ ਹੋਏ ਹਨ, ਉਹਨਾਂ ਦੇ ਵਿੱਚ ਕਈ ਪੰਕਤੀਆਂ ਜੋ ਗੁਰਬਾਣੀ ਦੀਆਂ ਜਾਂ ਕੋਈ ਮੰਗਲ ਹੈ ਉਹ ਨਹੀਂ ਆਉਂਦਾ, ਉਹ ਇਹਨਾਂ ਹੱਥ ਲਿਖਤ ਸਰੂਪ ਦੇ ਵਿੱਚ ਸਾਨੂੰ ਦਰਸ਼ਨ ਕਰਨ ਨੂੰ ਮਿਲੇਗਾ। ਆਓ ਇਸ ਹੱਥ ਲਿਖਤ ਸਰੂਪ ਜੀ ਦੇ ਆਪਾਂ ਦਰਸ਼ਨ ਕਰੀਏ ਜੀ। ਇਹ ਬਿਰਧ ਹੋਣ ਦੇ ਕਾਰਨ ਲੈਮੀਨੇਸ਼ਨ ਕਰਵਾਇਆ ਹੋਇਆ, ਤਾਂ ਕਿ ਇਸ ਦੀ ਜੋ ਸਾਂਭ ਸੰਭਾਲ ਹੈ ਜਾਂ ਸੇਵਾ ਹੈ ਉਹ ਕੀਤੀ ਜਾ ਸਕੇ। ਜੋ ਇਸ ਸਰੂਪ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ 10 ਗੁਰੂ ਸਾਹਿਬਾਨ ਨੇ, ਉਹਨਾਂ ਦਾ ਜੋ ਗੁਰੂ ਸਾਹਿਬ ਜੀ ਜੋਤੀ ਜੋਤ ਸਮਾਏ ਸੀ, ਉਹਨਾਂ ਦਾ ਸੰਮਤ ਜਾਂ ਮਹੀਨਾ ਉਹ ਦੇਸੀ ਮਹੀਨਿਆਂ ਦੇ ਵਿਕਰਮੀ ਸੰਮਤ ਦੇ ਅਨੁਸਾਰ ਸਾਨੂੰ ਉਹ ਮਿਲੇਗਾ। ਜੋ 7ਵੇਂ ਨੰਬਰ 'ਤੇ ਸਤਿਗੁਰੂ ਹਰਿ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਉਹ 8ਵੇਂ ਨੰਬਰ 'ਤੇ ਲਿਖਿਆ ਗਿਆ ਹੈ। ਜੋ 7ਵੇਂ ਨੰਬਰ 'ਤੇ ਹੈ ਉਹ ਬਾਬਾ ਗੁਰਦਿੱਤਾ ਜੀ ਦਾ ਇਸ ਅਸਥਾਨ 'ਤੇ ਲਿਖਿਆ ਗਿਆ ਹੈ। ਆਪ ਜੀ ਦਰਸ਼ਨ ਕਰ ਸਕਦੇ ਹੋ। ਇਹ ਸਤਿਗੁਰੂ
ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੋਹਰ ਹੈ, ਜਿਹਦੇ ਤੇ ਲਿਖਿਆ ਅਕਾਲ ਸਹਾਏ ਗੁਰੂ ਗੋਬਿੰਦ ਸਿੰਘ ਕਲਗੀ ਵਾਲਾ। ਜੋ ਆਪਾਂ ਆਨੰਦ ਸਾਹਿਬ ਜੀ ਦੀ ਗੁਰਬਾਣੀ ਪੜ੍ਹਦੇ ਹਾਂ, ਉਸ ਦੇ ਵਿੱਚ ਆਪਾਂ ਪੜ੍ਹਦੇ ਹਾਂ ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰ ਜੋ ਇਹ ਹੱਥ ਲਿਖਤ ਸਰੂਪ ਹੈ, ਇਸ ਦੇ ਵਿੱਚ ਆਪਾਂ ਨੂੰ ਇਹ ਦਰਸ਼ਨ ਕਰਨ ਨੂੰ ਮਿਲੇਗਾ ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਾਗ ਰਾਮ ਕਲੀ ਮਹੱਲਾ ਤੀਜਾ, ਆਨੰਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹ ਆਨੰਦ ਸਾਹਿਬ ਸ਼ੁਰੂ ਹੁੰਦਾ ਜੀ, ਦਰਸ਼ਨ ਕਰ ਸਕਦੇ ਜੋ ਕਿ ਆਪਾਂ ਸ਼ਲੋਕ ਵਾਰਾਂ ਤੇ ਵਧੀਕ ਦੀ ਗੁਰਬਾਣੀ ਪੜ੍ਹਦੇ। ਉਸ ਦੇ ਵਿੱਚ ਜੋ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਲੋਕ ਹੈ, ਉਹਨਾਂ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ, ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ। ਇਹ ਇੱਕੇ ਪੰਕਤੀ ਦਾ ਜੋ ਸ਼ਬਦ ਹੈ ਆਪਾਂ ਨੂੰ ਜੋ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੇ ਛਪੇ ਹੋਏ ਉਹਨਾਂ ਦੇ ਵਿੱਚ ਮਿਲੇਗਾ। ਪਰ ਜੋ ਇਹ ਹੱਥ ਲਿਖਤ ਸਰੂਪ ਹੈ, ਉਸ ਦੇ ਵਿੱਚ 2 ਪੰਕਤੀਆਂ ਦਾ ਸ਼ਬਦ ਸਾਨੂੰ ਦਰਸ਼ਨ ਕਰਨ ਨੂੰ ਮਿਲੇਗਾ। ਆਓ ਉਸ ਪੰਕਤੀ ਦੇ ਦਰਸ਼ਨ ਕਰੀਏ ਜੀ। ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ, ਨਾਨਕ ਨਦਰ ਪਛਾਣੀਐ ਗੁਰ ਕੈ ਸ਼ਬਦ ਵਿਚਾਰ। ਜੋ ਆਪਾਂ ਨੂੰ ਸਤਿਗੁਰੂ ਜੀ ਦੇ ਇਸ ਹੱਥ ਲਿਖਤ ਸਰੂਪ ਦੇ ਵਿੱਚ 2 ਪੰਕਤੀਆਂ ਦਾ ਸ਼ਬਦ ਮਿਲਿਆ ਹੈ, ਜੋ ਛਪੇ ਹੋਏ ਸਤਿਗੁਰੂ ਜੀ ਦੇ ਸਰੂਪ ਹੁੰਦੇ ਆ, ਉਹਨਾਂ ਦੇ ਵਿੱਚ ਇਹ ਲਿਖਿਆ ਹੁੰਦਾ, ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ, ਨਾਨਕ ਲੱਗੀ ਤੁਰ ਮਰੈ ਜੀਵਨ ਨਾਹੀ ਤਾਣ। ਪਰ ਇਸ ਦੇ ਵਿੱਚ 2 ਪੰਕਤੀਆਂ ਦਾ ਸੰਪੂਰਨ ਸ਼ਬਦ ਸਾਨੂੰ ਦਰਸ਼ਨ ਕਰਨ ਨੂੰ ਮਿਲੇਗਾ, ਜੋ ਕਿ ਆਪਾਂ ਦੋਹਰਾ ਪੜ੍ਹਦੇ ਹਾਂ ਸਤਿਗੁਰੂ ਜੀ ਦੇ 9ਵੇਂ ਪਾਤਸ਼ਾਹ ਮਹਾਰਾਜ ਦੇ ਸ਼ਲੋਕਾਂ ਦੇ ਵਿੱਚ ਕਿ ਬਲ ਛੁੱਟ ਗਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਏ। ਜੋ ਇਹ ਆਪਣੇ ਹੱਥ ਲਿਖਤ ਸਰੂਪ ਹੈ ਗੁਰੂ ਸਾਹਿਬ ਜੀ ਦੇ, ਉਸ ਦੇ ਵਿੱਚ ਲਿਖਿਆ ਹੋਇਆ ਮਹੱਲਾ 10ਵਾਂ, ਬਲ ਹੋਇਓ ਬੰਧਨ ਛੁੱਟੇ ਸਭ ਕੁਛ ਹੋਤ ਉਪਾਏ। ਇਹ ਆਜੋ ਇਸ ਪੰਕਤੀ ਦੇ ਆਪਾਂ ਦਰਸ਼ਨ ਕਰੀਏ। ਅਤੇ ਉਸ ਤੋਂ ਉਪਰੰਤ ਜੋ ਰਾਗਮਾਲਾ ਹੈ ਉਹ ਵੀ ਸਤਿਗੁਰੂ ਜੀ ਨੇ ਇਸ ਸਰੂਪ ਦੇ ਵਿੱਚ ਲਿਖੀ ਹੈ, ਜੋ ਕਿ ਸਾਰਾ ਸਰੂਪ ਇੱਕ ਓੰਕਾਰ ਤੋਂ ਆਰੰਭ ਕਰਕੇ 18 10 20 ਤੱਕ ਸੰਪੂਰਨ ਕਰਕੇ ਸਤਿਗੁਰੂ ਜੀ ਨੇ ਜਿਸ ਵਿਧੀ ਦੇ ਨਾਲ ਸ਼ਾਹੀ ਤਿਆਰ ਕੀਤੀ ਸੀ, ਉਹ ਸ਼ਾਹੀ ਦੀ ਵਿਧ ਸਤਿਗੁਰੂ ਜੀ ਨੇ ਸਰੂਪ ਦੇ ਅਖੀਰ ਦੇ ਵਿੱਚ ਲਿਖੀ ਹੈ। ਆਓ ਇਸ ਦੇ ਦਰਸ਼ਨ ਕਰੀਏ ਜੀ। ਇਹ ਜਦੋਂ ਬਾਬਾ ਸਾਈਂ ਦਾਸ ਜੀ ਅਤੇ ਮਾਤਾ ਰਾਮੋ ਜੀ ਨੇ ਇਹ ਮਕਾਨ ਤਿਆਰ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਕਿ ਪਹਿਲਾਂ ਆਪ ਇਸ ਮਕਾਨ ਵਿੱਚ ਚਰਨ ਪਾਓ, ਫਿਰ ਅਸੀਂ ਗ੍ਰਹਿ ਪ੍ਰਵੇਸ਼ ਕਰਾਂਗੇ। ਸਤਿਗੁਰੂ ਜੀ ਨੇ ਜਿਸ ਮਕਾਨ ਦੇ ਵਿੱਚ ਚਰਨ ਪਾਏ ਸਨ, ਇਹ ਉਸ ਸਮੇਂ ਦੀ ਉਸ ਮਕਾਨ ਦੀ ਪੁਰਾਤਨ ਕੰਧ ਦੀ ਨਿਸ਼ਾਨੀ ਰੱਖੀ ਹੋਈ ਹੈ। ਇਹ ਉਹ ਕੰਧ ਹੈ ਜਿਹੜੀ ਕੰਧ ਬਾਬਾ ਸਾਈਂ ਦਾਸ ਜੀ ਨੇ ਮਕਾਨ ਦੀ ਬਣਵਾਈ ਸੀ। ਸਾਧ ਸੰਗਤ ਜੀ, ਆਪ ਬੜੇ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਪਿੰਡ ਡਰੋਲੀ ਭਾਈ ਵਿਖੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਪੁਰਾਤਨ ਨਿਸ਼ਾਨੀਆਂ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੁਰਾਤਨ ਹੱਥ ਲਿਖਤ ਸਰੂਪ ਦੇ ਦਰਸ਼ਨ ਹੋਏ ਆ। ਸੋ ਸਤਿਗੁਰੂ ਜੀ ਦੇ ਕਿਰਪਾ ਨਾਲ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਤੱਕ ਵੀ ਇਹ ਵੀਡੀਓ ਪਹੁੰਚਦੀ ਹੈ, ਸੋ ਸਾਰੀਆਂ ਸੰਗਤਾਂ ਇਸ ਨਗਰ ਪਿੰਡ ਡਰੋਲੀ ਭਾਈ ਵਿਖੇ ਦਰਸ਼ਨ ਇਹਨਾਂ ਨਿਸ਼ਾਨੀਆਂ ਦੇ ਜ਼ਰੂਰ ਕਰਨ ਆਉਣ। ਸੋ ਕਿਰਪਾ ਕਰਕੇ ਇਹ ਬੇਨਤੀ ਹੈ, ਇੱਥੇ ਗੁਰਬਾਣੀ ਦੀ ਸੰਥਿਆ, ਗੁਰ ਇਤਿਹਾਸ ਬਾਰੇ ਜਾਣਕਾਰੀ ਵੀ ਅਸਥਾਨਾਂ ਦੇ ਸੇਵਾਦਾਰ ਹੈੱਡ ਗ੍ਰੰਥੀ ਸਾਡੇ ਬਹੁਤ ਹੀ ਸਤਿਕਾਰਯੋਗ ਉਸਤਾਦ ਜੀ ਭਾਈ ਬੇਅੰਤ ਸਿੰਘ ਜੀ, ਜੋ ਕਿ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਸੰਥਿਆ, ਗੁਰ ਇਤਿਹਾਸ ਬਾਰੇ ਜਾਣਕਾਰੀ ਅਤੇ ਗੁਰਬਾਣੀ ਬਾਰੇ ਵਿਚਾਰ ਉਹ ਸਿਖਾਉਂਦੇ ਆ, ਗੁਰਬਾਣੀ ਦੀ ਸੰਥਿਆ ਕਰਾਉਂਦੇ ਆ। ਸੋ ਅਸੀਂ ਜੋ ਇਤਿਹਾਸ ਇਹ ਸੰਗਤਾਂ ਦੇ ਵਿੱਚ ਸੁਣਾਉਂਦੇ ਆ, ਸੰਗਤਾਂ ਨੂੰ ਦੱਸਦੇ ਆ, ਉਹ ਸਾਡੇ ਬਹੁਤ ਹੀ ਸਤਿਕਾਰਯੋਗ ਉਸਤਾਦ ਜੀ ਭਾਈ ਬੇਅੰਤ ਸਿੰਘ ਜੀ ਵੱਲੋਂ ਸਾਨੂੰ ਸਿਖਾਇਆ ਗਿਆ, ਸਾਨੂੰ ਪੜ੍ਹਾਇਆ ਗਿਆ, ਜੋ ਕਿ ਬਾਬਾ ਜੀ ਭਾਈ ਸਾਹਿਬ ਜੀ ਨੂੰ ਵੀ ਸਾਡੇ ਬਜ਼ੁਰਗਾਂ ਵੱਲੋਂ ਜੋ ਇਤਿਹਾਸ ਦੱਸਿਆ ਗਿਆ ਸੀ, ਹੂ ਬਹੂ ਉਸੇ ਤਰ੍ਹਾਂ ਹੀ ਸਾਡੇ ਸਤਿਕਾਰਯੋਗ ਉਸਤਾਦ ਜੀ ਭਾਈ ਬੇਅੰਤ ਸਿੰਘ ਜੀ ਵੱਲੋਂ ਸਾਨੂੰ ਵੀ ਉਹੀ ਇਤਿਹਾਸ, ਉਹੀ ਜਾਣਕਾਰੀ ਦਿੱਤੀ ਗਈ ਹੈ ਜੋ ਅਸੀਂ ਸੰਗਤਾਂ ਦੇ ਵਿੱਚ ਦੱਸਦੇ ਹਾਂ, ਸੰਗਤਾਂ ਨੂੰ ਸੁਣਾਉਂਦੇ ਹਾਂ ਅਤੇ ਸਾਨੂੰ ਗੁਰਬਾਣੀ ਦੀ ਸੰਥਿਆ ਵੀ ਕਰਾਈ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਹ ਜੋ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ, ਇਹ ਹੈ ਗੁਰਦੁਆਰਾ ਜਨਮ ਸਥਾਨ ਬਾਬਾ ਗੁਰਦਿੱਤਾ ਜੀ।
ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋ ਆਪ ਜੀ ਦਰਖਤ ਦੇ ਦਰਸ਼ਨ ਕਰ ਰਹੇ ਹੋ, ਇਹ ਵਣ ਦਾ ਦਰਖਤ ਹੈ। ਇਹ ਦਰਖਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਤੋਂ ਇੱਥੇ ਮੌਜੂਦ ਹੈ। ਸਾਧ ਸੰਗਤ ਜੀ, ਹੁਣ ਜੋ ਆਪ ਜੀ ਦਰਸ਼ਨ ਕਰ ਰਹੇ ਹੋ, ਇਸ ਅਸਥਾਨ ਦਾ ਨਾਮ ਹੈ ਗੁਰਦੁਆਰਾ ਗੁਰੂ ਕੇ ਮਹਿਲ ਅਟਾਰੀ ਸਾਹਿਬ। ਇਹ ਮਾਤਾ ਰਾਮੋ ਜੀ ਅਤੇ ਬਾਬਾ ਸਾਈਂ ਦਾਸ ਜੀ ਦਾ ਘਰ ਸੀ। ਅੱਜ ਇੱਥੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਇਸ ਪਾਵਨ ਪਵਿੱਤਰ ਅਸਥਾਨ ਦੇ ਬਿਲਕੁਲ ਹੇਠਾਂ ਜਦੋਂ ਅਸੀਂ ਉਤਰਦੇ ਹਾਂ ਤਾਂ ਭੋਰਾ ਸਾਹਿਬ ਬਣਿਆ ਹੋਇਆ ਹੈ, ਜੋ ਕਿ ਪੁਰਾਤਨ ਨਾਨਕਸ਼ਾਹੀ ਇੱਟ ਦਾ ਬਣਿਆ ਹੋਇਆ ਹੈ। ਆਪ ਜੀ ਦਰਸ਼ਨ ਕਰੋ, ਅੱਜ ਵੀ ਉਸੇ ਤਰ੍ਹਾਂ ਪੁਰਾਤਨ ਦੀਵਾਰਾਂ ਨਾਨਕਸ਼ਾਹੀ ਇੱਟਾਂ ਦੇ ਨਾਲ ਬਣੀਆਂ ਹੋਈਆਂ ਹਨ, ਜੋ ਕਿ ਪੁਰਾਣੇ ਸਮੇਂ ਦੇ ਵਿੱਚ ਬਾਬਾ ਸਾਈਂ ਦਾਸ ਜੀ ਨੇ ਤਿਆਰ ਕਰਵਾਇਆ ਸੀ ਘਰ। ਉਦੋਂ ਇਹ ਇੱਟਾਂ ਲਗਾਈਆਂ ਗਈਆਂ ਸਨ ਤੇ ਬਹੁਤ ਹੀ ਸਤਿਕਾਰ ਦੇ ਨਾਲ ਇਸ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਇਹ ਬਹੁਤ ਵੱਡੀ ਨਿਸ਼ਾਨੀ ਸੰਭਾਲੀ ਹੋਈ ਹੈ ਇੱਥੇ। ਆਪ ਜੀ ਦਰਸ਼ਨ ਕਰੋ, ਅੱਜ ਵੀ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਵੇਂ ਪੁਰਾਤਨ ਸਮੇਂ ਦੇ ਵਿੱਚ ਇਹ ਘਰ ਬਣਿਆ ਹੋਇਆ ਸੀ। ਇਹ ਜੋ ਗੋਲ ਡਾਟ ਦੇਖ ਰਹੇ ਹੋ ਆਪ ਜੀ, ਇਹ ਨਾਨਕਸ਼ਾਹੀ ਇੱਟਾਂ ਨੂੰ ਆਪਸ ਵਿੱਚ ਜੋੜ ਕੇ ਬਣਾਈ ਗਈ ਹੈ ਤੇ ਪੁਰਾਣੇ ਸਮੇਂ ਦੇ ਵਿੱਚ ਇਸ ਤਰ੍ਹਾਂ ਬਣਾਉਣ ਦੇ ਲਈ ਕੋਈ ਸੀਮੈਂਟ ਜਾਂ ਕੋਈ ਸਰੀਆ ਆਦਿ ਦੀ ਵਰਤੋਂ ਨਹੀਂ ਸੀ ਕੀਤੀ ਜਾਂਦੀ। ਚੂਨੇ ਦੀ ਚਣਾਈ ਦੇ ਨਾਲ ਇਹ ਸਾਰੀ ਕਾਰਾਗਰੀ ਕੀਤੀ ਜਾਂਦੀ ਸੀ, ਜੋ ਕਿ ਅੱਜ ਵੀ ਇੱਥੇ ਮੌਜੂਦ ਹੈ। ਆਪ ਜੀ ਦਰਸ਼ਨ ਕਰ ਸਕਦੇ ਹੋ। ਇਹ ਜੋ ਪੀੜਾ ਸਾਹਿਬ ਦੇ ਆਪ ਜੀ ਦਰਸ਼ਨ ਕਰ ਰਹੇ ਹੋ, ਇੱਥੋਂ ਦੇ ਸੇਵਾਦਾਰਾਂ ਦੇ ਦੱਸਣ ਮੁਤਾਬਕ ਮਾਤਾ ਦਮੋਦਰੀ ਜੀ ਇਸ ਪੀੜਾ ਸਾਹਿਬ ਦੇ ਉੱਤੇ ਬੈਠਿਆ ਕਰਦੇ ਸਨ। ਇਹ ਪੀੜਾ ਮਾਤਾ ਦਮੋਦਰੀ ਜੀ ਦਾ ਹੈ। ਆਮ ਤੌਰ ਤੇ ਜੋ ਘਰਾਂ ਦੇ ਵਿੱਚ ਪੀੜੀਆਂ ਹੁੰਦੀਆਂ ਸਨ ਬੈਠਣ ਦੇ ਲਈ, ਉਹਨਾਂ ਦੇ ਉੱਪਰ ਢੋ ਨਹੀਂ ਸੀ ਲੱਗੀ ਹੁੰਦੀ, ਪਰ ਇਸ ਪੀੜਾ ਸਾਹਿਬ ਤੇ ਆਪ ਜੀ ਦੇਖ ਸਕਦੇ ਹੋ ਮਗਰਲੇ ਪਾਸੇ ਢੋ ਵੀ ਲੱਗੀ ਹੋਈ ਹੈ। ਇਸ ਤੇ ਆਰਾਮ ਨਾਲ ਢੋ ਲਾ ਕੇ ਬੈਠਿਆ ਜਾ ਸਕਦਾ ਸੀ। ਇਸ ਤੋਂ ਇਲਾਵਾ ਹੋਰ ਵੀ ਪੁਰਾਤਨ ਨਿਸ਼ਾਨੀਆਂ ਇਸ ਪਾਵਨ ਪਵਿੱਤਰ ਸਥਾਨ ਤੇ ਸੁਸ਼ੋਭਿਤ ਹਨ। ਸੰਗਤਾਂ ਕਿਸੇ ਵੀ ਟਾਈਮ ਆ ਕੇ ਦਰਸ਼ਨ ਕਰ ਸਕਦੀਆਂ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਅਸੀਂ ਪਹੁੰਚੇ ਹਾਂ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਅਤੇ 7ਵੀਂ। ਇਹ ਗੁਰਦੁਆਰਾ ਸਾਹਿਬ ਪਿੰਡ ਡਰੋਲੀ ਭਾਈ ਦੇ ਬਾਹਰ ਬਣਿਆ ਹੋਇਆ ਹੈ। ਪਿੰਡ ਡਰੋਲੀ ਭਾਈ ਦੀ ਹੀ ਜ਼ਮੀਨ ਦੇ ਵਿੱਚ ਹੈ, ਪਰ ਪਿੰਡ ਤੋਂ ਥੋੜ੍ਹਾ ਜਿਹਾ ਬਾਹਰ ਆ ਕੇ ਹੈ। ਤੇ ਇਸ ਅਸਥਾਨ ਦੇ ਉੱਤੇ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਇੱਕ ਪੁਰਾਤਨ ਖੂਹ ਦੇ ਤੇ ਇੱਕ ਪੁਰਾਤਨ ਡਿਓੜੀ ਦੇ, ਇੱਕ ਪੁਰਾਤਨ ਦੀਵਾਰ ਦੇ, ਜੋ ਕਿ ਗੁਰੂ ਸਾਹਿਬਾਂ ਦੇ ਨਾਲ ਸੰਬੰਧਿਤ ਹਨ। ਸਾਧ ਸੰਗਤ ਜੀ, ਇਹ ਹੈ ਉਹ ਪੁਰਾਤਨ ਖੂਹ ਜਿਸ ਨੂੰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਬਣਵਾਇਆ ਸੀ। ਇਸ ਨੂੰ ਗੁਰੂ ਕਾ ਖੂਹ ਕਿਹਾ ਜਾਂਦਾ ਹੈ। ਆਓ ਆਪ ਜੀ ਨੂੰ ਖੂਹ ਦੇ ਦਰਸ਼ਨ ਕਰਵਾਈਏ। ਇਹ ਹੈ ਜੀ ਉਹ ਪੁਰਾਤਨ ਖੂਹ, ਦਰਸ਼ਨ ਕਰੋ ਆਪ ਜੀ, ਜਿਹੜਾ ਕਿ ਗੁਰੂ ਹਰਿਰਾਏ ਸਾਹਿਬ ਜੀ ਨੇ ਆਪ ਲਗਵਾਇਆ। ਤੇ ਜੋ ਆਪ ਜੀ ਨੂੰ ਅੰਦਰ ਨਿਸ਼ਾਨੀਆਂ ਦੇ ਦਰਸ਼ਨ ਕਰਾਏ ਗਏ ਹਨ, ਜਦੋਂ ਇਸ ਖੂਹ ਦੀ ਸੇਵਾ ਕੀਤੀ ਗਈ ਸੀ, ਉਹ ਨਿਸ਼ਾਨੀਆਂ ਇਸ ਖੂਹ ਦੇ ਵਿੱਚੋਂ ਮਿਲੀਆਂ ਸਨ। ਇੱਕ ਵੱਡਾ ਗੜਬਾ ਸੀ, ਇੱਕ ਛੋਟਾ ਗੜਬਾ ਸੀਗਾ ਤੇ ਇਹਦੇ ਨਾਲ ਇੱਕ ਪਾਈਪ ਸੀਗਾ। ਸ਼ਾਇਦ ਉਹ ਪੁਰਾਤਨ ਤੋੜੇ ਵਾਲੀ ਬੰਦੂਕ ਦੀ ਬੈਰਲ ਹੋ ਸਕਦੀ ਹੈ, ਉਸ ਦੀ ਪਾਈਪ ਹੋ ਸਕਦੀ ਹੈ। ਤੇ ਉਹ ਸਮਾਨ ਸਾਰਾ ਇਸ ਪੁਰਾਤਨ ਖੂਹ ਦੇ ਵਿੱਚੋਂ ਮਿਲਿਆ ਸੀ, ਜਦੋਂ ਇਸ ਖੂਹ ਦੀ ਦੁਬਾਰਾ ਬਾਅਦ ਦੇ ਵਿੱਚ ਸੇਵਾ ਕੀਤੀ ਗਈ ਸੀ। ਇਹ ਹੈ ਜੀ ਪੁਰਾਤਨ ਡਿਓੜੀ। ਇਹ ਇਸੇ ਸਥਾਨ ਦੇ ਉੱਤੇ ਸੁਸ਼ੋਭਿਤ ਹੈ, ਜੋ ਕਿ ਪੁਰਾਤਨ ਨਾਨਕਸ਼ਾਹੀ ਇੱਟ ਦੇ ਨਾਲ ਬਣੀ ਹੋਈ ਹੈ। ਇਸ ਡਿਓੜੀ ਦੀ ਬਾਅਦ ਦੇ ਵਿੱਚ ਦੁਬਾਰਾ ਸੇਵਾ ਕੀਤੀ ਗਈ ਹੈ। ਆਪ ਜੀ ਦਰਸ਼ਨ ਕਰੋ ਇਸ ਪੁਰਾਤਨ ਡਿਓੜੀ ਦੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਆਮਦ ਦੇ ਨਾਲ ਸੰਬੰਧਿਤ ਇੱਥੇ ਚਿੱਤਰਕਾਰੀ ਕੀਤੀ ਗਈ ਹੈ।
ਆਓ ਜੀ ਹੁਣ ਅਸੀਂ ਆਪ ਜੀ ਨੂੰ ਇਸ ਡਿਓੜੀ ਦੇ ਅੰਦਰ ਲੈ ਕੇ ਜਾਵਾਂਗੇ ਤੇ ਦਰਸ਼ਨ ਕਰਵਾਵਾਂਗੇ ਇਸ ਸਥਾਨ ਦੇ ਤੇ ਇਤਿਹਾਸ ਬਾਰੇ ਆਪ ਜੀ ਨੂੰ ਜਾਣਕਾਰੀ ਦੇਵਾਂਗੇ। ਇਹ ਹੈ ਜੀ ਡਿਓੜੀ ਦੀ ਛੱਤ, ਆਪ ਜੀ ਦਰਸ਼ਨ ਕਰ ਰਹੇ ਹੋ। ਇਸ ਡਿਓੜੀ ਦੇ ਅੰਦਰ ਗੁਰੂ ਸਾਹਿਬ ਜੀ ਦੇ ਨਾਲ ਸੰਬੰਧਿਤ ਚਿੱਤਰਕਾਰੀ ਕੀਤੀ ਗਈ ਹੈ। ਗੁਰੂ ਸਾਹਿਬ ਦੀਆਂ ਤਸਵੀਰਾਂ ਲੱਗੀਆਂ ਹਨ। ਇਸ ਡਿਓੜੀ ਨੂੰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਤਿਆਰ ਕਰਵਾਇਆ ਸੀ। ਇੱਥੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਣ ਦੇ ਲਈ ਰਸਤਾ ਸੀ। ਇਹਨੂੰ ਡਿਓੜੀ ਦੇ ਰੂਪ ਦੇ ਵਿੱਚ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਬਣਵਾਇਆ ਸੀਗਾ। ਇੱਥੋਂ ਦੇ ਸੇਵਾਦਾਰਾਂ ਦੇ ਦੱਸਣ ਮੁਤਾਬਕ ਇਹ ਜੋ ਦੀਵਾਰ ਦੇ ਆਪ ਜੀ ਦਰਸ਼ਨ ਕਰ ਰਹੇ ਹੋ, ਇਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਬਣਵਾਈ ਸੀ ਤੇ ਇਹ ਦੀਵਾਰ ਅੱਗੇ ਜਾ ਕੇ ਜੋ ਆਪ ਜੀ ਨੂੰ ਡਿਓੜੀ ਦੇ ਦਰਸ਼ਨ ਕਰਵਾਏ ਆ, ਉੱਥੇ ਡਿਓੜੀ ਦੇ ਨਾਲ ਜਾ ਕੇ ਮਿਲਦੀ ਸੀ। ਇਸ ਤਰ੍ਹਾਂ ਦੀ ਦੀਵਾਰ ਦੇ ਨਾਲ ਚਾਰਦੀਵਾਰੀ ਕੀਤੀ ਹੋਈ ਸੀ। ਇਸ ਦੀਵਾਰ ਦੇ ਇੱਕ ਹਿੱਸੇ ਨੂੰ ਨਿਸ਼ਾਨੀ ਵਜੋਂ ਇੱਥੇ ਸੰਭਾਲ ਕੇ ਰੱਖਿਆ ਹੋਇਆ ਹੈ, ਯਾਦਗਾਰ ਦੇ ਲਈ। ਇਸ ਟਾਈਮ ਮੇਰੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਹਨ ਇਸ ਨਗਰ ਦੇ ਨਿਵਾਸੀ ਭਾਈ ਬੂਟਾ ਸਿੰਘ ਜੀ। ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਇਹਨਾਂ ਤੋਂ ਵਿਸਥਾਰ ਸਹਿਤ ਜਾਣਕਾਰੀ ਪ੍ਰਾਪਤ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਸ ਨਗਰ ਦਾ ਇਤਿਹਾਸ ਤੇ ਇਸ ਗੁਰਦੁਆਰਾ ਜੀ ਸਾਹਿਬ ਜੀ ਦਾ ਇਤਿਹਾਸ, ਇੱਥੇ ਬੈਠ ਕੇ ਇਸ ਜਗ੍ਹਾ 'ਤੇ ਚੌਂਕੜਾ ਸਾਹਿਬ ਬਣਿਆ ਸੀਗਾ। ਇਹ ਚੌਂਕੜੇ ਦੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਮਾਤਾ ਜੀ ਦਾ ਦੇਹਾਂਤ ਹੋਇਆ, ਉਹਨਾਂ ਦਾ ਅੰਤਮ ਕਿਰਿਆ ਕਰਕੇ ਇੱਥੇ ਆ ਕੇ ਪਿੱਛੇ ਹਟ ਕੇ ਬੈਠੇ ਆ ਕਿ ਉਦੋਂ ਬਾਅਦ ਦੇ ਵਿੱਚ 3 ਮਹੀਨੇ ਇਸ ਜਗ੍ਹਾ 'ਤੇ ਰਹੇ ਆ ਜੀ। 3 ਮਹੀਨੇ ਆਈਆਂ ਸੰਗਤਾਂ ਨੂੰ ਸੰਬੋਧਨ ਕਰਦੇ ਰਹੇ ਆ, ਕਥਾ ਵਾਰਤਾ ਸੁਣਾਉਂਦੇ ਰਹੇ ਆ ਜੀ। ਉਦੋਂ ਬਾਅਦ ਦੇ ਵਿੱਚ ਇਸ ਸਥਾਨ ਤੋਂ ਇੱਥੋਂ ਚਲੇ ਗਏ। ਇਹਦਾ ਇੰਨਾ ਸੰਬੰਧ ਉਦੋਂ ਬਾਅਦ 7ਵੇਂ ਪਾਤਸ਼ਾਹ ਨੇ ਆ ਕੇ 6ਵੇਂ ਪਾਤਸ਼ਾਹ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਬਣਵਾਇਆ। ਨਿੱਕੀ ਇੱਟ ਦਾ ਸਰੋਵਰ ਨਾਲ ਜੀ, ਇੱਧਰ ਡਿਓੜੀ ਸਾਹਿਬ ਆ ਜੀ ਖੱਬੇ ਪਾਸੇ, ਅਤੇ ਪਿਛੋਕੜ ਪੁਰਾਣੀ ਮਤਲਬ ਹੈਗੀ ਆ ਕੰਧ ਜੀ, ਅਤੇ ਹੋਰ ਉੱਧਰਲੇ ਪਾਸੇ ਤਲਾਅ ਜੀ, ਇੱਕ ਅੰਗੀਠਾ ਸਾਹਿਬ ਬਣਾਇਆ ਜੀ। ਇਹ 7ਵੇਂ ਪਾਤਸ਼ਾਹ ਨੇ ਆ ਕੇ ਸੇਵਾ ਕਰਾਈ ਹੈ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਜੋ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ, ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਅੰਗੀਠਾ ਸਾਹਿਬ। ਇਸ ਪਾਵਨ ਪਵਿੱਤਰ ਅਸਥਾਨ ਤੇ ਮਾਤਾ ਦਮੋਦਰੀ ਜੀ ਦਾ ਅੰਗੀਠਾ ਸਾਹਿਬ ਬਣਿਆ ਹੋਇਆ ਹੈ। ਆਪਾਂ ਅੰਦਰ ਜਾ ਕੇ ਵਿਸਥਾਰ ਸਹਿਤ ਜਾਣਕਾਰੀ ਪ੍ਰਾਪਤ ਕਰਾਂਗੇ ਜੀ। ਆਓ ਜੀ ਆਪਾਂ ਦਰਸ਼ਨ ਕਰੀਏ ਮਾਤਾ ਦਮੋਦਰੀ ਜੀ ਦੇ ਇਸ ਪਾਵਨ ਪਵਿੱਤਰ ਸਥਾਨ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀਓ, ਇਹ ਜੋ ਸਥਾਨ ਹੈ ਮਾਤਾ ਦਮੋਦਰੀ ਜੀ ਨਾਲ ਸੰਬੰਧ ਰੱਖਦਾ ਹੈ। ਇਸ ਸਥਾਨ 'ਤੇ ਮਾਤਾ ਦਮੋਦਰੀ ਜੀ ਦੀ ਆਤਮ ਕਿਰਿਆ ਸੰਸਕਾਰ ਕੀਤਾ ਗਿਆ ਅਤੇ ਉਹਨਾਂ ਦੇ ਮਾਤਾ ਪਿਤਾ ਜੀ ਬਾਬਾ ਨਰਾਇਣ ਦਾਸ ਜੀ ਅਤੇ ਉਹਨਾਂ ਦੀ ਧਰਮ ਪਤਨੀ ਅਤੇ ਬਾਬਾ ਸਾਈਂ ਦਾਸ ਜੀ, 6ਵੇਂ ਪਾਤਸ਼ਾਹ ਦੇ ਸਾਧੂ ਸਾਹਿਬ, ਮਾਤਾ ਦਮੋਦਰੀ ਜੀ ਦੇ ਭੈਣ ਜੀ ਮਾਤਾ ਰਾਮੋ ਜੀ, ਉਹਨਾਂ ਦਾ ਇਹ 5 ਸਰੀਰਾਂ ਨਾਲ ਸੰਬੰਧ ਰੱਖਦਾ ਜੀ। ਇਹ ਜਿਹੜਾ ਸਥਾਨ ਹੈ ਜੀ, ਮੁੱਖ ਤੌਰ 'ਤੇ ਮਾਤਾ ਜੀ ਦੇ ਨਾਂ ਹੀ ਪੁਕਾਰਿਆ ਜਾਂਦਾ ਜੀ। ਇੱਥੇ ਵਿੱਚ ਮਾਤਾ ਜੀ ਦਾ ਅੰਗੀਠਾ ਸਾਹਿਬ ਥੱਲੇ ਵਿੱਚ ਡੂੰਘਾ ਬਣਿਆ ਹੋਇਆ ਜੀ, ਉਹਨਾਂ ਦੇ ਦਰਸ਼ਨ ਤੁਹਾਨੂੰ ਕਰਾ ਦਿੰਦੇ ਜੀ। ਜੋ ਇਹ ਇਮਾਰਤ ਹੈ, ਪਹਿਲਾਂ 7ਵੇਂ ਪਾਤਸ਼ਾਹ ਨੇ ਅੰਗੀਠਾ ਸਾਹਿਬ ਵੀ ਬਣਾਇਆ ਸੀ। ਹੁਣ ਜਿਹੜੀ ਇਮਾਰਤ ਹੈ ਬਾਬੇ ਦਿੱਲੀ ਵਾਲਿਆਂ ਨੇ ਤਿਆਰ ਕੀਤੀ ਹੈ। ਅੰਦਰ ਵਿੱਚ ਅੰਗੀਠਾ ਸਾਹਿਬ ਜੀ ਹੈ ਮਾਤਾ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਸਵਾਰੀ ਸਾਧ ਸੰਗਤ ਜੀ, ਇਹ ਸੀ ਇੱਥੋਂ ਦਾ ਇਤਿਹਾਸ। ਅਗਲੀ ਵਾਰੀ ਫੇਰ ਕਿਸੇ ਹੋਰ ਪਾਵਨ ਪਵਿੱਤਰ ਅਸਥਾਨ ਤੇ ਆਪ ਜੀ ਨੂੰ ਲੈ ਕੇ ਚੱਲਾਂਗੇ, ਉੱਥੋਂ ਦੇ ਇਤਿਹਾਸ ਤੋਂ ਜਾਣੂ ਕਰਵਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।